ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ 8ਵੀਂ ਜਮਾਤ ਦੀ ਪਾਠ ਪੁਸਤਕ ਮਾਣਕਮਾਲਾ ਭਾਗ 3 ਦਾ 16ਵਾਂ ਪਾਠ, ਜਿਸ ਦਾ ਨਾਂ ਹੈ ਯਖ ਅਤੇ ਯੁਧਿਸ਼ਟਰ ਵਾਰਤਾਲਾਪ, ਇਸ ਬਾਰੇ ਪੜ੍ਹਾਂਗੇ। ਸ਼ੁਰੂ ਕਰਦੇ ਹਾਂ। ਦੁਆਪਰ ਯੁੱਗ ਵਿੱਚ ਤੇਜਸਵੀ ਮਹਾਰਾਜਾ ਪਾਂਡੂ ਸੀ, ਜਿਸ ਦੀਆਂ 2 ਰਾਣੀਆਂ ਸਨ, ਕੁੰਤੀ ਅਤੇ ਮਾਦਰੀ। ਕੁੰਤੀ ਦੀ ਕੁੱਖੋਂ 3 ਪੁੱਤਰ ਪੈਦਾ ਹੋਏ, ਯੁਧਿਸ਼ਟਰ, ਅਰਜਨ ਅਤੇ ਭੀਮ। ਮਾਦਰੀ ਦੇ 2 ਪੁੱਤਰਾਂ ਨੂੰ ਜਨਮ ਦਿੱਤਾ, ਨਕੁਲ ਅਤੇ ਸਹਿਦੇਵ। ਇਹਨਾਂ 5 ਭਰਾਵਾਂ ਨੂੰ ਪਾਂਡਵ ਕਿਹਾ ਜਾਂਦਾ ਸੀ। ਇਹ ਪਾਂਡਵ ਜੂਏ ਵਿੱਚ ਹਾਰ ਜਾਣ ਕਾਰਨ ਬਨਵਾਸ ਭੋਗ ਰਹੇ ਸਨ। ਪਾਂਡਵ 12 ਸਾਲਾਂ ਦਾ ਬਨਵਾਸ ਭੋਗ ਚੁੱਕੇ ਸਨ ਅਤੇ 13ਵਾਂ ਸਾਲ ਸ਼ੁਰੂ ਹੋ ਚੁੱਕਾ ਸੀ। ਇਹ ਵਰ੍ਹਾ ਇਹਨਾਂ ਨੇ ਅਗਿਆਤਵਾਸ ਵਜੋਂ ਗੁਜ਼ਾਰਨਾ ਸੀ। ਅਗਿਆਤਵਾਸ ਭਾਵ ਕਿ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਇਹ ਕਿੱਥੇ ਰਹਿ ਰਹੇ ਹਨ। 5 ਪਾਂਡਵ ਭਰਾ ਤੇ ਉਹਨਾਂ ਦੀ ਪਤਨੀ ਦ੍ਰੋਪਦੀ ਜੰਗਲਾਂ ਵਿੱਚ ਵਿਚਰ ਰਹੇ ਸਨ। ਇੱਕ ਵਾਰ ਉਹਨਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ। ਯੁਧਿਸ਼ਟਰ ਨੇ ਨਕੁਲ ਨੂੰ ਕਿਹਾ ਕਿ ਉਹ ਪਤਾ ਕਰੇ ਕਿ ਨੇੜੇ ਤੇੜੇ ਕਿਧਰੇ ਪਾਣੀ ਹੈ ਜਾਂ ਨਹੀਂ। ਉਸਨੇ ਇੱਕ ਦਰਖਤ ਉੱਤੇ ਚੜ੍ਹ ਕੇ ਵੇਖਿਆ। ਉਸਨੇ ਦੱਸਿਆ ਕਿ ਕੁਝ ਹੀ ਦੂਰ ਦਰਖਤਾਂ ਦਾ ਇੱਕ ਝੁੰਡ ਹੈ ਅਤੇ ਉੱਥੇ ਬਗਲੇ ਵੀ ਉੱਡਦੇ ਵਿਖਾਈ ਦੇ ਰਹੇ ਹਨ। ਇਸ ਦਾ ਮਤਲਬ ਹੈ ਕਿ ਉੱਥੇ ਕੋਈ जल स्रोत है, क्योंकि पक्षी वहीं पे उड़ते हैं। बहुत सारे पक्षी एक साथ उड़ रहे थे। बगुले क्योंकि वो पानी के आसपास रहते हैं, तो फिर उनको वहाँ से पता चलता है कि वहाँ पे पानी है। युधिष्ठिर ने नकुल ਨੂੰ ਕਿਹਾ ਉਹ ਉੱਥੇ ਜਾ ਕੇ ਪਾਣੀ ਲਿਆਵੇ। ਵੱਡੇ ਭਰਾ ਦੀ ਆਗਿਆ ਮੰਨ ਕੇ ਨਕੁਲ ਪਾਣੀ ਲੈਣ ਚਲਾ ਗਿਆ। ਨਕੁਲ ਨੇ ਉੱਥੇ ਇੱਕ ਸਾਫ਼ ਪਾਣੀ ਦਾ ਸਰੋਵਰ ਵੇਖਿਆ। ਉਸਨੂੰ ਪਿਆਸ ਬਹੁਤ ਲੱਗੀ ਹੋਈ ਸੀ, ਇਸ ਲਈ ਪਾਣੀ ਲਿਜਾਣ ਤੋਂ ਪਹਿਲਾਂ ਉਸਨੇ ਆਪ ਪਾਣੀ ਪੀਣ ਬਾਰੇ ਸੋਚਿਆ। ਜਿਉਂ ਹੀ ਉਹ ਪਾਣੀ ਪੀਣ ਲੱਗਾ, ਉਸ ਨੂੰ ਆਕਾਸ਼ਵਾਣੀ ਸੁਣਾਈ ਦਿੱਤੀ, ਮਤਲਬ ਉਸਕੋ ਇੱਕ ਆਵਾਜ਼ ਸੁਣਾਈ ਦੀ। ਠਹਿਰੋ, ਇਹ ਸਰੋਵਰ ਮੇਰਾ ਹੈ। ਇਸ ਵਿੱਚੋਂ ਪਾਣੀ ਪੀਣ ਤੋਂ ਪਹਿਲਾਂ ਮੇਰੇ ਪ੍ਰਸ਼ਨਾਂ ਦਾ ਉੱਤਰ ਦਿਓ। ਨਕੁਲ ਤਲਵਾਰ ਦਾ ਧਨੀ ਯੋਧਾ ਸੀ। ਉਸਨੇ ਅਜਿਹੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਆਵਾਜ਼ ਦੀ ਪਰਵਾਹ ਕੀਤੇ ਬਗੈਰ ਨਿਡਰ ਹੋ ਕੇ ਪਾਣੀ ਪੀਣ ਲੱਗ ਪਿਆ। पानी पींदिया ही वो निर्जिंद होके डिग गया, मतलब वो बेहोश होके नीचे गिर जाता है। ਜਦੋਂ ਬਹੁਤ ਦੇਰ ਤੱਕ ਨਕੁਲ ਪਾਣੀ ਲੈ ਕੇ ਨਹੀਂ ਆਇਆ ਤਾਂ ਯੁਧਿਸ਼ਟਰ ਨੇ ਸਹਿਦੇਵ ਨੂੰ ਉਸ ਦਾ ਪਤਾ ਕਰਨ ਲਈ ਭੇਜਿਆ। ਸਹਿਦੇਵ ਜਦੋਂ ਸਰੋਵਰ 'ਤੇ ਪਹੁੰਚਿਆ ਤਾਂ ਆਪਣੇ ਭਰਾ ਨਕੁਲ ਨੂੰ ਨਿਰਜਿੰਦ ਪਿਆ ਵੇਖ ਕੇ ਉਸਨੂੰ ਹੈਰਾਨੀ ਹੋਈ ਤੇ ਦੁੱਖ ਵੀ ਹੋਇਆ। ਉਸਨੇ ਵੇਖਿਆ ਉਸਦੇ ਸਰੀਰ ਉੱਤੇ ਕੋਈ ਜ਼ਖਮ ਵੀ ਨਹੀਂ ਸੀ। ਉਹ ਨਹੀਂ ਸਮਝ ਸਕਿਆ ਕਿ ਉਸਦੇ ਭਰਾ ਦੀ ਜਾਨ ਦਾ ਵੈਰੀ ਕੌਣ ਬਣਿਆ, ਪਰ ਉਸਨੂੰ ਬਹੁਤ ਪਿਆਸ ਲੱਗੀ ਹੋਈ ਸੀ, ਇਸ ਲਈ ਉਹ ਪਹਿਲਾਂ ਪਾਣੀ ਪੀਣ ਲਈ ਅੱਗੇ ਵਧਿਆ। ਉਸਨੂੰ ਵੀ ਆਕਾਸ਼ਵਾਣੀ ਸੁਣਾਈ ਦਿੱਤੀ। अब उसको भी वैसे एक आकाश से आवाज़ सुनाई देती है जो कह रही ਸੀ ਇਹ ਸਰੋਵਰ ਮੇਰਾ ਹੈ। ਇਸ ਵਿੱਚੋਂ ਪਾਣੀ ਪੀਣ ਤੋਂ ਪਹਿਲਾਂ ਮੇਰੇ ਪ੍ਰਸ਼ਨਾਂ ਦਾ ਉੱਤਰ ਦਿਓ, ਨਹੀਂ ਤਾਂ ਤੁਹਾਡਾ ਵੀ ਤੁਹਾਡੇ ਭਰਾ ਨਕੁਲ ਵਰਗਾ ਹਾਲ ਹੋਵੇਗਾ। ਸਹਿਦੇਵ ਬਹੁਤ ਸੂਰਵੀਰ ਸੀ। ਉਸਨੂੰ ਆਕਾਸ਼ਵਾਣੀ ਸੁਣ ਕੇ ਬੜਾ ਗੁੱਸਾ ਆਇਆ ਤੇ ਉਸਨੇ ਕਿਹਾ, ਪਾਣੀ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੁੰਦਾ, ਇਸ ਲਈ ਮੈਂ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਾ ਹਾਂ। ਮੈਨੂੰ ਪਾਣੀ ਪੀਣ ਤੋਂ ਕੋਈ ਨਹੀਂ ਰੋਕ ਸਕਦਾ। ਪਰ ਪਾਣੀ ਪੀਂਦੇ ਸਾਰ ਸਹਿਦੇਵ ਵੀ ਨਕੁਲ ਦੀ ਤਰ੍ਹਾਂ ਨਿਰਜਿੰਦ ਹੋ ਕੇ ਡਿੱਗ ਗਿਆ। ਡਿੱਗ ਗਿਆ ਮਤਲਬ ਨੀਚੇ ਗਿਰ ਗਿਆ। अब वो भी बेहोश होके गिर जाता है। ਜੰਗਲ ਵਿੱਚ ਉਹਨਾਂ ਦੀ ਉਡੀਕ ਕਰ ਰਹੇ ਯੁਧਿਸ਼ਟਰ, अर्जुन ਅਤੇ ਭੀਮ ਅਤੇ द्रौपदी बहुत चिंतातुर हो गए, मतलब उनको चिंता होने लगी। इस बार युधिष्ठिर ने भीम ਨੂੰ ਕਿਹਾ कि ਉਹ ਜਾਵੇ, ਜਾ ਕੇ ਆਪਣੇ ਭਰਾਵਾਂ ਦਾ ਪਤਾ ਲਗਾਵੇ। ਭਰਾਵਾਂ मतलब अपने भाइयों का। ਭੀਮ ਬਲਵਾਨ ਗਦਾਧਾਰੀ ਸੀ। ਉਸ ਵਿੱਚ 1000 ਹਾਥੀਆਂ ਜਿੰਨੀ ਤਾਕਤ ਸੀ। ਆਪਣੇ ਵੱਡੇ ਭਰਾ ਦੀ ਆਗਿਆ ਲੈ ਕੇ ਉਹ ਸਰੋਵਰ ਵੱਲ ਗਿਆ। ਸਰੋਵਰ ਦੇ ਕਿਨਾਰੇ ਉਸਦੇ ਦੋਵੇਂ ਭਰਾ ਨਕੁਲ ਅਤੇ ਸਹਿਦੇਵ ਨਿਰਜਿੰਦ ਪਏ ਸਨ। ਉਸਨੂੰ ਬਹੁਤ ਜ਼ਿਆਦਾ ਦੁੱਖ ਵੀ ਹੋਇਆ ਅਤੇ ਕ੍ਰੋਧ ਵੀ ਆਇਆ। ਉਸਨੇ ਸੋਚਿਆ ਇਹ ਦੁਸ਼ਮਣਾਂ ਦੀ ਚਾਲ ਹੋ ਸਕਦੀ ਹੈ, ਇਸ ਲਈ ਉਸਨੇ ਲਲਕਾਰ ਕੇ ਕਿਹਾ, ਜਿਸਨੇ ਮੇਰੇ ਭਰਾਵਾਂ ਦੀ ਇਹ ਹਾਲਤ ਕੀਤੀ ਹੈ ਉਹ ਮੇਰੇ ਸਾਹਮਣੇ ਆਵੇ। ਭੀਮ ਦੀ ਗਰਜਨਾ ਸੁਣ ਕੇ ਇੱਕ ਵਾਰ ਫਿਰ ਆਕਾਸ਼ਵਾਣੀ ਹੋਈ, ਹੇ ਗਦਾਧਾਰੀ ਭੀਮ,
ਤੇਰੇ ਇਨ੍ਹਾਂ ਭਰਾਵਾਂ ਨੇ ਮੇਰਾ ਹੁਕਮ ਨਹੀਂ ਮੰਨਿਆ, ਇਸੇ ਲਈ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਇਹ ਸਰੋਵਰ ਮੇਰਾ ਹੈ ਤੇ ਮੇਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਬਿਨਾਂ ਜਿਹੜਾ ਵੀ ਇਸ ਦਾ ਪਾਣੀ ਪੀਵੇਗਾ ਉਸ ਦਾ ਇਹੀ ਹਾਲ ਹੋਵੇਗਾ। ਭੀਮ ਗੁੱਸੇ ਵਿੱਚ ਬੋਲਿਆ, ਹਵਾ ਅਤੇ ਪਾਣੀ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੁੰਦਾ, ਮੈਂ ਇਹ ਪਾਣੀ ਜ਼ਰੂਰ ਪੀਵਾਂਗਾ। ਅਜਿਹਾ ਕਹਿ ਕੇ ਉਸਨੇ ਬੁੱਕ ਭਰ ਕੇ ਪਾਣੀ ਪੀਤਾ ਅਤੇ ਅਜਿਹਾ ਕਰਦਿਆਂ ਹੀ ਉਹ ਆਪਣੇ ਪਹਿਲੇ 2 ਭਰਾਵਾਂ ਵਾਂਗ ਢੇਰ ਹੋ ਗਿਆ। अब भीम भी बेहोश होकर नीचे गिर जाते हैं। ਜਦੋਂ ਭੀਮ ਵੀ ਵਾਪਿਸ ਨਾ ਆਇਆ ਤਾਂ ਯੁਧਿਸ਼ਠਰ ਨੇ ਆਪਣੇ ਭਰਾ ਅਰਜੁਨ ਨੂੰ ਜਾਣ ਲਈ ਕਿਹਾ। ਅਰਜੁਨ ਤੀਰ ਦਾ ਧਨੀ ਯੋਧਾ ਸੀ। ਭਰਾ ਦੀ ਆਗਿਆ ਲੈ ਕੇ ਜਦੋਂ ਅਰਜੁਨ ਸਰੋਵਰ 'ਤੇ ਪੁੱਜਾ ਤਾਂ ਆਪਣੇ 3 ਭਰਾਵਾਂ ਨੂੰ ਨਿਰਜਿੰਦ ਵੇਖ ਕੇ ਹੈਰਾਨ ਰਹਿ ਗਿਆ। ਉਸਨੇ ਵੀ ਭੀਮ ਦੀ ਤਰ੍ਹਾਂ ਗੁੱਸੇ ਵਿੱਚ ਲਲਕਾਰ ਕੇ ਕਿਹਾ, ਜਿਸਨੇ ਵੀ ਉਸਦੇ ਭਰਾਵਾਂ ਦਾ ਇਹ ਹਾਲ ਕੀਤਾ ਹੈ ਉਸਦੇ ਸਾਹਮਣੇ ਆਵੇ। ਉਸਨੇ ਵੀ ਉਸੇ ਤਰ੍ਹਾਂ ਆਕਾਸ਼ਵਾਣੀ ਸੁਣਾਈ ਦਿੱਤੀ। ਅਰਜੁਨ ਨੂੰ ਵੀ ਆਪਣੀ ਵਿੱਦਿਆ ਅਤੇ ਬਹਾਦਰੀ ਦਾ ਮਾਣ ਸੀ। ਉਸਨੇ ਆਕਾਸ਼ਵਾਣੀ ਦੀ ਪਰਵਾਹ ਕੀਤੇ ਬਿਨਾਂ ਸਰੋਵਰ ਦਾ ਪਾਣੀ ਪੀਤਾ ਅਤੇ ਉਸਦਾ ਵੀ ਆਪਣੇ ਭਰਾਵਾਂ ਵਰਗਾ ਵੀ ਹਾਲ ਹੋਇਆ। वो लोग उसकी यक की बात नहीं मानते तो फिर अब अर्जुन भी बेहोश होके गिर जाते हैं। ਭਰਾਵਾਂ ਦੀ ਉਡੀਕ ਵਿੱਚ ਬੈਠੇ ਯੁਧਿਸ਼ਠਰ ਦੀ ਚਿੰਤਾ ਹੋਰ ਵੱਧ ਗਈ। ਉਸਨੇ ਆਪ ਉੱਥੇ ਜਾ ਕੇ ਵੇਖਣ ਦਾ ਫੈਸਲਾ ਕੀਤਾ। ਯੁਧਿਸ਼ਠਰ ਨੇ ਸਰੋਵਰ 'ਤੇ ਪਹੁੰਚ ਕੇ ਆਪਣੇ 4 ਭਰਾਵਾਂ ਨੂੰ ਵੇਖਿਆ ਤਾਂ ਉਸਨੂੰ ਬਹੁਤ ਦੁੱਖ ਹੋਇਆ, ਪਰ ਉਸਨੂੰ ਹੈਰਾਨੀ ਵੀ ਹੋਈ ਕਿ ਉਹਨਾਂ ਦੇ ਸਰੀਰ ਉੱਤੇ ਨਾ ਤਾਂ ਕੋਈ ਜ਼ਖਮ ਜਾਂ ਸੱਟ ਦੇ ਨਿਸ਼ਾਨ ਹਨ ਤੇ ਨਾ ਹੀ ਕੋਈ ਜ਼ਹਿਰ ਹੋਣ ਦਾ ਸੰਕੇਤ। ਉਹ ਇਹ ਪੜਤਾਲ ਕਰ ਹੀ ਰਿਹਾ ਸੀ ਕਿ ਫਿਰ ਆਕਾਸ਼ਵਾਣੀ ਹੋਈ, ਹੇ ਯੁਧਿਸ਼ਠਰ, ਤੇਰੇ ਇਹਨਾਂ ਭਰਾਵਾਂ ਨੇ ਮੇਰੇ ਸਵਾਲਾਂ ਦਾ ਜਵਾਬ ਦਿੱਤੇ ਬਗੈਰ ਮੇਰੇ ਸਰੋਵਰ ਦੇ ਪਾਣੀ ਨੂੰ ਪੀਣ ਦੀ ਗਲਤੀ ਕੀਤੀ ਸੀ, ਇਸ ਲਈ ਮੈਂ ਇਹਨਾਂ ਨੂੰ ਮ੍ਰਿਤੂ ਦੰਡ ਦਿੱਤਾ ਹੈ। ਜੇ ਤੂੰ ਇਸ ਸਰੋਵਰ ਦਾ ਪਾਣੀ ਪੀਣਾ ਚਾਹੁੰਦਾ ਹੈ ਤਾਂ ਮੇਰੇ ਸਵਾਲਾਂ ਦੇ ਜਵਾਬ ਦੇ। ਯੁਧਿਸ਼ਠਰ ਨੇ ਆਵਾਜ਼ ਦੀ ਸੇਧ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੌਣ ਹੋ। ਆਵਾਜ਼ ਆਈ, ਮੈਂ ਯਖ ਹਾਂ। ਹੁਣ ਯੁਧਿਸ਼ਠਰ ਨੇ ਕਿਹਾ, ਹੁਣ ਤੁਸੀਂ ਪ੍ਰਸ਼ਨ ਪੁੱਛੋ, ਮੈਂ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗਾ। ਹੁਣ ਯਖ ਨੇ ਕੁਝ ਪ੍ਰਸ਼ਨ ਪੁੱਛੇ। ਇਹਨਾਂ ਦਾ ਯੁਧਿਸ਼ਠਰ ਨੇ ਬਣਦਾ ਉੱਤਰ ਦਿੱਤਾ। ਮੁੱਖ ਪ੍ਰਸ਼ਨ ਉੱਤਰ ਸਨ। ਪਹਿਲਾ ਪ੍ਰਸ਼ਨ ਕੀ ਪੁੱਛਿਆ ਗਿਆ, ਪ੍ਰਿਥਵੀ ਤੋਂ ਭਾਰੀ ਕੀ ਹੈ, ਤਾਂ ਉਸ ਦਾ ਉੱਤਰ ਦਿੱਤਾ ਗਿਆ ਮਾਤਾ। ਪ੍ਰਸ਼ਨ ਆਕਾਸ਼ ਤੋਂ ਉੱਚਾ ਕੌਣ ਹੈ, ਤਾਂ ਯੁਧਿਸ਼ਠਰ ਨੇ ਆਨਸਰ ਦਿੱਤਾ ਪਿਤਾ। ਪ੍ਰਸ਼ਨ ਸੰਸਾਰ ਵਿੱਚ ਸੁਖੀ ਕੌਣ ਹੈ, ਜਿਸ ਦੇ ਉੱਤੇ ਕੋਈ कर्ज नहीं। मुसीबत विच मनुख का साथ कौन दिंदा है, धीरज। मतलब जब हम धीरज से काम लेते हैं, हड़बड़ी में काम नहीं करते हैं। हवा तो तेज कौन है, मन। विदेश जाने वाले का साथी कौन है, विद्या। की गुआ के धनी होइए, की गुआ के धनी होइदा मतलब क्या चीज़ को गवा के हम धनी हो सकते हैं, अमीर हो सकते हैं, लोभ। प्रश्न सर्वोत्तम लाभ की है, अरोगता। किस नाल कीती मित्रता पुरानी नहीं हुंदी, सज्जन पुरुषों नाल, जिनसे हमें सीखने को अच्छा कुछ मिलता है, जो अच्छे पुरुष होते हैं, अच्छे लोग होते हैं। धर्म अते सच्चाई दा निवास कित्थे है, साडे हिरदे दी गुफा विच। नेक व्यक्ति कौन है, जो सब दे भले दी इच्छा रखता है। सब तो वध हैरानी वाली गल किहड़ी है, हर रोज़ अनगिनत लोग मर रहे हैं ਤਾਂ ਵੀ ਮਨੁੱਖ ਵਿੱਚ ਜਿਉਣ ਦੀ ਤੀਬਰ ਇੱਛਾ ਹੈ ਅਤੇ ਸੋਚਦਾ ਹੈ ਕਿ ਮੈਂ ਨਹੀਂ ਮਰ ਸਕਦਾ। ਇਹ ਸਭ ਤੋਂ ਹੈਰਾਨੀ ਵਾਲੀ ਗੱਲ ਹੈ। ਉਪਰੋਕਤ ਪ੍ਰਸ਼ਨਾਂ ਦੇ ਉੱਤਰ ਸੁਣ ਕੇ ਉਸ ਆਵਾਜ਼ ਨੇ ਯੁਧਿਸ਼ਠਰ ਨੂੰ ਕਿਹਾ, ਹੇ ਯੁਧਿਸ਼ਠਰ, ਮੈਂ ਤੇਰੇ ਉੱਤਰਾਂ ਤੋਂ ਬਹੁਤ ਪ੍ਰਸੰਨ ਹਾਂ। ਤੂੰ ਆਪਣੇ 4 ਭਰਾਵਾਂ ਵਿੱਚੋਂ ਕਿਸੇ ਇੱਕ ਨੂੰ ਜਿੰਦਾ ਕਰਵਾ ਸਕਦਾ ਹੈ। ਤੂੰ ਹੀ ਦੱਸ, ਤੂੰ ਕਿਸ ਦਾ ਜੀਵਨ ਚਾਹੁੰਦਾ ਹੈ। ਇਹ ਸੁਣ ਕੇ ਯੁਧਿਸ਼ਠਰ ਨੇ ਨਕੁਲ ਨੂੰ ਜਿੰਦਾ ਕਰਨ ਦੀ ਬੇਨਤੀ ਕੀਤੀ। ਫਿਰ ਆਕਾਸ਼ਵਾਣੀ ਹੋਈ, ਤੂੰ ਭੀਮ ਜਾਂ ਅਰਜੁਨ ਵਰਗੇ ਸੂਰਵੀਰ ਭਰਾਵਾਂ ਨੂੰ ਛੱਡ ਕੇ ਨਕੁਲ ਨੂੰ ਹੀ ਕਿਉਂ ਜਿੰਦਾ ਕਰਨਾ ਚਾਹੁੰਦਾ ਹੈ। ਤਾਂ ਯੁਧਿਸ਼ਠਰ ਨੇ ਉੱਤਰ ਦਿੱਤਾ, ਮਹਾਰਾਜ, ਮੇਰੀਆਂ 2 ਮਾਤਾਵਾਂ ਹਨ। ਆਪਣੀ ਮਾਤਾ ਕੁੰਤੀ ਦੇ ਪੁੱਤਰ ਦੇ ਰੂਪ ਵਿੱਚ ਮੈਂ ਜਿੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੀ ਮਾਤਾ ਮਾਦਰੀ ਦਾ ਵੀ ਇੱਕ ਪੁੱਤਰ ਜਿੰਦਾ ਰਹੇ, ਇਸ ਲਈ ਮੈਂ ਨਕੁਲ ਨੂੰ ਜਿੰਦਾ ਕਰਵਾਉਣਾ ਚਾਹੁੰਦਾ ਹਾਂ। ਫਿਰ ਆਕਾਸ਼ਵਾਣੀ ਹੋਈ, ਜੇ ਮੈਂ ਤੇਰਾ ਇੱਕ ਹੋਰ ਭਰਾ ਜਿੰਦਾ ਕਰਨਾ ਚਾਹਾਂ ਤਾਂ ਤੂੰ ਕਿਸ ਨੂੰ ਚੁਣੇਗਾ। ਤਾਂ ਯੁਧਿਸ਼ਠਰ ਦਾ ਉੱਤਰ ਸੀ ਸਹਿਦੇਵ ਨੂੰ। ਕਾਰਨ ਪੁੱਛੇ ਜਾਣ ਉੱਤੇ ਯੁਧਿਸ਼ਠਰ ਨੇ ਕਿਹਾ, ਕਿਉਂਕਿ ਉਹ ਭੀਮ ਅਤੇ ਅਰਜੁਨ ਤੋਂ ਛੋਟਾ ਹੈ। ਯੁਧਿਸ਼ਠਰ ਦਾ ਉੱਤਰ ਸੁਣ ਕੇ ਆਕਾਸ਼ਵਾਣੀ ਹੋਈ, ਹੇ ਯੁਧਿਸ਼ਠਰ, ਤੇਰੇ ਵਿੱਚ ਸੱਚ, ਧੀਰਜ, ਨਿਆਂ ਅਤੇ ਨਿਮਰਤਾ ਵਰਗੇ ਸਾਰੇ ਗੁਣ ਹਨ। ਮੈਂ ਤੇਰੇ ਤੋਂ ਬਹੁਤ ਪ੍ਰਸੰਨ ਹਾਂ, ਇਸ ਲਈ ਤੇਰੇ ਸਾਰੇ ਭਰਾਵਾਂ ਨੂੰ ਜਿੰਦਾ ਕਰਦਾ ਹਾਂ। ਫਿਰ ਯੁਧਿਸ਼ਠਰ ਨੇ ਨਿਮਰਤਾ ਸਹਿਤ ਪੁੱਛਿਆ, ਮਹਾਰਾਜ, ਤੁਸੀਂ ਜੋ ਵੀ ਹੋ ਯਖ ਨਹੀਂ ਹੋ ਸਕਦੇ, ਕਿਉਂਕਿ ਯਖ ਵਿੱਚ ਕਿਸੇ ਨੂੰ ਜੀਵਨ ਦੇਣ ਦੀ ਸ਼ਕਤੀ ਨਹੀਂ ਹੁੰਦੀ।
ਕਿਰਪਾ ਕਰਕੇ ਤੁਸੀਂ ਮੈਨੂੰ ਸਾਖਿਆਤ ਦਰਸ਼ਨ ਦਿਓ, ਮਤਲਬ ਮੇਰੇ ਸਾਹਮਣੇ ਆਓ। ਯੁਧਿਸ਼ਠਰ ਨੇ ਇੰਨਾ ਕਹਿਣ ਦੀ ਦੇਰ ਸੀ ਕਿ ਆਕਾਸ਼ ਵਿੱਚੋਂ ਧਰਮਰਾਜ ਪ੍ਰਗਟ ਹੋਏ ਤੇ ਬੋਲੇ, ਹੇ ਯੁਧਿਸ਼ਠਰ, ਮੈਂ ਤੇਰਾ ਪਿਤਾ ਧਰਮਰਾਜ ਹਾਂ। ਮੈਂ ਇਹ ਵੇਖਣ ਆਇਆ ਸੀ ਕਿ ਮੁਸੀਬਤ ਵਿੱਚ ਧਰਮ ਦੇ ਰਸਤੇ 'ਤੇ ਚੱਲ ਰਿਹਾ ਹੈ ਜਾਂ ਨਹੀਂ। ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਅਤੇ ਚਾਹੁੰਦਾ ਹਾਂ ਕਿ ਤੂੰ ਇਸੇ ਤਰ੍ਹਾਂ ਹੀ ਧਰਮ ਦੇ ਰਸਤੇ 'ਤੇ ਚੱਲਦਾ ਰਹੇ। ਇੰਨਾ ਕਹਿ ਕੇ धर्मराज अलोप हो गए। तो इस कहानी से हमें पढ़ के ये शिक्षा मिलती है कि कितना कैसा भी मुसीबत का समय हो, हमें धीरज से काम लेना चाहिए, हमें अपने दिमाग से काम लेना चाहिए, हमें पेशेंस रखने चाहिए और सबके बारे में हमें सोचना चाहिए। तो बच्चों, आपको इस कहानी को पढ़ना है, अच्छे से समझना है। इसके प्रश्न उत्तर नहीं है क्योंकि ये सिर्फ कहानी आपके पढ़ने के लिए, जिससे कि आपको समझ में आए, जिससे कि आप इसको पढ़ो, सोचो और विचारो। इसे अच्छे से पढ़ना है और खुद से पढ़ने की कोशिश करनी है। अपने घर में आप इस कहानी को सुना सकते हो, अपने दादा दादी को, मम्मी पापा को, अपने दोस्तों को भी ये कहानी आप सुना सकते हो।